Good morning, students. You all are most welcome once again in your own channel, that is Hunar Classes Patiala. So, in this lecture, we are going to start a new series of MCQs related to the Master Cadre English exam. ਦੋਸਤੋ ਇਹ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਪਹਿਲਾਂ ਥਿਊਰੀ ਪੜੋ, ਥਿਊਰੀ ਵਾਲੇ ਪੋਰਸ਼ਨ ਚੋਂ ਫਿਰ MCQ ਦੀ ਪੂਰੀ ਸੀਰੀਜ਼ ਚਲਾ ਲਵਾਂਗੇ ਆਪਾਂ। MCQ ਦੇ ਲੈਕਚਰਸ ਇੱਕ ਫੋਲਡਰ ਦੇ ਵਿੱਚ ਹੋਣਗੇ ਤੇ ਥਿਊਰੀ ਦੇ ਪਹਿਲਾਂ ਜਿਹੜੇ ਆਪਾਂ ਕਰ ਚੁੱਕੇ ਆ ਉਹ ਵਾਲੇ ਹੈ ਨਾ। ਪਹਿਲਾਂ ਥਿਊਰੀ ਪੜੋ ਉਸ ਪਾਰਟਿਕੂਲਰ ਰਾਈਟਰ ਦੀ, ਦੈਨ ਯੂ ਸ਼ੁਡ ਮੂਵ ਟੂ MCQ ਪੋਰਸ਼ਨ। ਤਾਂ ਤੁਹਾਡੀ ਇਸ ਤਰ੍ਹਾਂ ਤਿਆਰੀ ਬਹੁਤ ਸੋਹਣੀ ਹੋ ਜਾਏਗੀ ਹੈ ਨਾ। ਇਹ ਸਾਡੀ ਗਾਰੰਟੀ ਹੈ ਕਿ ਇਹ ਤੋਂ ਬਾਹਰ ਪੇਪਰ ਨਹੀਂ ਜਾਏਗਾ। ਸੋ ਆਪਾਂ ਸ਼ੁਰੂ ਕਰਦੇ ਹਾਂ ਵਿਦਆਊਟ ਵੇਸਟਿੰਗ ਐਨੀ ਟਾਈਮ। ਐਡਮੰਡ ਸਪੈਂਸਰ, who is known as the connecting link between Chaucer and Spenser। ਜਿਹੜੇ ਚੌਸਰ ਜੀਫਰੇ ਚੌਸਰ ਨੇ ਇਹ ਪੇਪਰ ਦੇ ਵਿੱਚ ਉਸ ਪੁਆਇੰਟ ਤੋਂ ਨਹੀਂ ਜ਼ਰੂਰੀ ਪਰ ਦੱਸਣਾ ਜ਼ਰੂਰੀ ਬਣ ਜਾਂਦਾ ਕਿ ਇੰਗਲਿਸ਼ ਦੇ ਫਸਟ ਫਾਦਰ ਆਫ ਇੰਗਲਿਸ਼ ਪੋਇਟਰੀ ਚੌਸਰ ਐਂਡ ਦ ਸੈਕੰਡ ਫਾਦਰ ਆਫ ਇੰਗਲਿਸ਼ ਪੋਇਟਰੀ ਇਜ਼ ਸਪੈਂਸਰ। ਇਹ ਯਾਦ ਰੱਖਿਓ ਤੁਸੀਂ। who is known as the connecting link between Chaucer and Spenser। ਸੋ ਮੈਂ ਇੱਥੇ ਇਕੱਲੇ ਆਨਸਰ ਹੀ ਟਿਕ ਕਰੂੰਗਾ, ਬਾਕੀ ਤੁਸੀਂ ਦੇਖਦੇ ਰਹੋ। ਥੋੜਾ ਜਿਹਾ ਤੁਹਾਨੂੰ 1 ਜਾਂ 2 ਸੈਕਿੰਡ ਦਾ ਟਾਈਮ ਦੇ ਦਿਆ ਕਰੂੰਗਾ, ਤੁਸੀਂ ਆਪਣਾ ਦਿਮਾਗ ਦੇ ਵਿੱਚ ਆਨਸਰ ਨੂੰ ਜਿਹੜਾ ਹੈਗਾ ਦੇਖ ਸਕਦੇ ਹੋ ਕਿ ਕਿਹੜਾ ਸਹੀ ਹੋ ਸਕਦਾ। ਸੋ ਕਨੈਕਟਿੰਗ ਲਿੰਕ ਇਜ਼ ਥਾਮਸ ਸੈਕਵਿਲ is the right answer. Next question, the Shepherd's Calendar, a series of 12 pastoral poems is written by। ਦੇਖੋ ਇਹ ਤਾਂ ਹੁਣ ਜਦੋਂ ਆਪਾਂ ਲਾਸਟ ਦੇ ਵਿੱਚ ਟੈਸਟ ਲਵਾਂਗੇ ਫਿਰ ਕਲੀਅਰ ਹੋਊਗਾ ਨਾ ਕਿ ਜਿੱਦਾਂ ਅਲੱਗ-ਅਲੱਗ ਰਾਈਟਰ ਦੇ ਆਪਾਂ ਪਾਵਾਂਗੇ। ਇੱਥੇ ਤਾਂ ਸਪੈਂਸਰ ਦੇ ਨੇ ਤਾਂ ਕਾਫੀ ਆਨਸਰ ਤੁਸੀਂ ਆਟੋਮੈਟਿਕਲੀ ਕਲਿੱਕ ਕਰ ਜਾਓਗੇ ਹੈ ਨਾ। 12 ਪਾਸਟੋਰਲ ਜਿਹੜੇ ਪੋਇਮ ਸੀਗੀਆਂ ਸ਼ੈਫਰਡਸ ਕੈਲੰਡਰ ਦੇ ਵਿੱਚ ਕਿਹਨੇ ਲਿਖੀਆਂ? ਸੋ ਆਪਾਂ ਸਪੈਂਸਰ ਕਰ ਰਹੇ ਹਾਂ ਜੀ, ਸਪੈਂਸਰ ਸਾਹਿਬ ਨੇ ਲਿਖੀਆਂ। ਰਾਈਟ ਆਨਸਰ ਇਜ਼ ਐਡਮੰਡ ਸਪੈਂਸਰ। ਸ਼ੈਫਰਡ ਕੈਲੰਡਰ ਇਹਨਾਂ ਨੇ ਲਿਖਿਆ ਸੀਗਾ। ਸਪੈਂਸਰਜ਼ ਸਟਾਇਰਿਕਲ ਪੋਇਮ ਇਜ਼, ਹੇਠ ਲਿਖਿਆਂ ਚੋਂ ਸਟਾਇਰ ਕਿਹੜਾ ਜੀ? ਦੇਖੋ ਮਦਰ Howard's Tale is a satire by Edmund Spenser। ठीक है जी। उस तो बाद Edmund Spenser's The Fairy Queen was modeled after an Italian prototype। identify करना केड़े Italian prototype दे मद्दे नजर इनू लिखिया गया है ना। So it is the right answer is Ariosto's Orlando Furioso is the right answer। Next, what is Spenser's sonnet series called? ਸਪੈਂਸਰ ਦੀ ਜਿਹੜੀ ਸੋਨੇਟ ਸੀਰੀਜ਼ ਆ ਉਹਨੂੰ ਕੀ ਕਿਹਾ ਜਾਂਦਾ ਦੋਸਤੋ? ਸੋ ਇਟ ਇਜ਼ ਕਾਲਡ ਐਮੋਰੇਟੀ। ਸਪੈਂਸਰ ਦੀ ਸੋਨੇਟ ਸੀਰੀਜ਼ ਨੂੰ ਕੀ ਕਿਹਾ ਜਾਂਦਾ? ਐਮੋਰੇਟੀ। ਇੱਕ ਸੌਖਾ ਤਰੀਕਾ ਤੁਹਾਨੂੰ ਦੱਸ ਦਿੰਦਾ ਕਿਉਂਕਿ ਇਸ ਤਰ੍ਹਾਂ ਦੇ 2 ਕੁਐਸਚਨ ਆਉਣਗੇ ਹੈ ਨਾ। ਐਪੀਥੈਲਮੀਅਨ ਵੀ ਆਏਗਾ। ਸੋ ਉਹਦੇ ਵਿੱਚ ਜਿਹੜਾ ਹੈਗਾ ਲਵ ਕਹਿ ਸਕਦੇ ਆਪਾਂ ਹੈਮਨਸ ਨੇ, ਤਾਂ ਆਪਾਂ ਇਹਨੂੰ ਟ੍ਰਿਕ ਹੈਗਾ ਇੱਕ ਸੌਖਾ ਜਿਹਾ, ਜਿਵੇਂ ਹੈਗਾ ਸੋਨੇਟ। ਜਦੋਂ ਤੁਹਾਨੂੰ ਪੁੱਛਿਆ ਜਾਏਗਾ ਸਪੈਂਸਰ ਦਾ ਸੋਨੇਟ ਸੀਰੀਜ਼ ਕਿਹੜਾ, ਇਹਦੇ ਪਿੱਛੇ ਵੀ ਈ ਹੈਗਾ, ਐਮੋਰੇਟੀ ਦੇ ਪਿੱਛੇ ਵੀ ਈ ਤੇ ਟੀ ਹੈਗਾ, ਤਾਂ ਇਹਨੂੰ ਤੁਸੀਂ ਟ੍ਰਿਕ ਨਾਲ ਯਾਦ ਕਰ ਸਕਦੇ ਹੋ ਮਾਈਂਡ 'ਚ ਹੈ ਨਾ, ਕਨਫਿਊਜ਼ ਨਹੀਂ ਹੋਗੇ ਤੁਸੀਂ। ਨੈਕਸਟ ਕੁਐਸਚਨ ਇਜ਼ ਇਨਟੂ ਹਾਊ ਮੈਨੀ ਕੈਂਟੋਜ਼ ਇਜ਼ ਸਪੈਂਸਰਜ਼ ਫੇਰੀ ਕੁਈਨ ਬੁੱਕ 1 ਡਿਵਾਈਡਡ। ਫੇਰੀ ਕੁਈਨ ਉਹਨਾਂ ਨੇ ਸੋਚਿਆ ਸੀਗਾ ਕਿ ਮੈਂ 12 ਬੁੱਕਸ ਲਿਖੂੰਗਾ, ਬਟ ਉਹ 6 ਐਂਡ ਹਾਫ ਹੀ ਲਿਖ ਪਾਏ, ਤੇ ਤਕਰੀਬਨ ਇਹਦੇ ਵਿੱਚ 12 ਹੀ ਚੀਜ਼ਾਂ ਸੀਗੀਆਂ ਜ਼ਿਆਦਾਤਰ। ਲਿਖ ਉਹ 6 ਐਂਡ ਹਾਫ ਪਾਏ ਤੇ ਉਹਨਾਂ ਤੋਂ ਬਾਅਦ ਡੈਥ ਹੋ ਗਈ ਉਹਨਾਂ ਦੀ। ਤੇ ਜਿਹੜੀ ਪਹਿਲੀ ਬੁੱਕ ਸੀਗੀ ਉਹਦੇ ਦੇ ਵਿੱਚ ਕਿੰਨੇ ਕੈਂਟੋ ਸੀ? 12 ਕੈਂਟੋਸ ਵਰ देयर। ਇੱਥੇ ਵੀ 12 ਕੈਂਟੋ ਸੀਗੇ ਦੋਸਤੋ ਹੈ ਨਾ। ਟੂ whom did Spenser dedicate his fairy queen? ਫੇਰੀ ਕੁਈਨ ਜਿਹੜੀ ਸੀ ਕਿਹਨੂੰ ਡੈਡੀਕੇਟ ਕੀਤੀ? ਰਾਈਟ ਆਨਸਰ ਇਜ਼ ਟੂ ਕੁਈਨ ਐਲਿਜ਼ਾਬੈਥ। ਨੈਕਸਟ ਕੁਐਸਚਨ, to whom did Spenser write a complimentary letter explaining the plan and purpose of his fairy queen? ਇੱਕ ਚਿੱਠੀ ਦੇ ਵਿੱਚ ਕੀ ਪਰਪਸ ਆ ਮੇਰਾ ਫੇਰੀ ਕੁਈਨ ਲਿਖਣ ਦਾ ਉਹ ਦੱਸਿਆ। ਕਿਹਨੂੰ ਚਿੱਠੀ ਲਿਖੀ? ਟੂ ਸਰ ਵਾਲਟਰ ਰੈਲੇ, ਦੋਸਤ ਸੀਗੇ ਇਹਨਾਂ ਦੇ। ਇੱਕ ਇਹਨਾਂ ਦੇ ਹੋਰ ਫਰੈਂਡ ਸੀ ਸਿਡਨੀ, ਉਹਨਾਂ ਦੀ ਵੀ ਡੈਥ ਹੋ ਜਾਂਦੀ, ਉਹਨੂੰ ਤੇ LG ਲਿਖਦੇ ਆ ਇਹ ਦੋਸਤੋ। ਨੈਕਸਟ ਕੁਐਸਚਨ ਇਜ਼ ਸਪੈਂਸਰਜ਼ ਫੇਰੀ ਕੁਈਨ ਵਾਜ਼ ਪਲੈਨਡ ਟੂ ਬੀ ਕੰਪਲੀਟਡ ਇਨ 12 ਬੁੱਕਸ। ਪਹਿਲਾਂ ਸੋਚਿਆ ਸੀਗਾ ਕਿ 12 ਕਿਤਾਬਾਂ ਲਿਖਾਂਗੇ, ਬਟ ਹੀ ਵਾਜ਼ ਏਬਲ ਟੂ ਕੰਪਲੀਟ ਓਨਲੀ, ਕਿੰਨੀਆਂ ਕੰਪਲੀਟ ਕਰ ਸਕੇ? ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ। 6 ਬੁੱਕਸ, 6 ਕਿਤਾਬਾਂ ਹੀ ਪੂਰੀਆਂ ਸਪੈਂਸਰ ਸਾਹਿਬ ਲਿਖ ਸਕੇ, ਬਟ ਉਹ 7ਵੀਂ ਬੁੱਕ ਤੇ ਕੰਮ ਕਰ ਰਹੇ ਸੀ, ਤਕਰੀਬਨ 6 ਐਂਡ ਹਾਫ ਕਹਿ ਸਕਦੇ ਹਾਂ। ਬਟ ਕੁਐਸਚਨ ਤੁਹਾਨੂੰ ਇਦਾਂ ਹੀ ਆਏਗਾ। ਸਪੈਂਸਰਜ਼ ਪ੍ਰਾਇਮਰੀ ਪਰਪਸ ਔਰ ਮੋਟੋ ਇਨ ਰਾਈਟਿੰਗ ਦ ਫੇਰੀ ਕੁਈਨ ਵਾਜ਼। ਪ੍ਰਾਇਮਰੀ ਪਰਪਸ ਕੀ ਸੀਗਾ? ਆਪਸ਼ਨ ਸਾਹਮਣੇ ਨੇ ਤੁਹਾਡੇ। ਰਾਈਟ ਆਨਸਰ ਇਜ਼ ਟੂ ਫੈਸ਼ਨ ਅ ਜੈਂਟਲਮੈਨ ਔਰ ਨੋਬਲ ਪਰਸਨ ਇਨ ਵਰਚੁਅਸ ਐਂਡ ਜੈਂਟਲ ਡਿਸਿਪਲਿਨ। ਇਟ ਇਜ਼ ਦ ਰਾਈਟ ਆਨਸਰ। Who is the hero of Spenser's Fairy Queen? ਇਹਦਾ ਹੀਰੋ ਕੌਣ ਆ ਜੀ? ਰਾਈਟ ਆਨਸਰ ਇਜ਼
King Arthur. King Arthur is the hero of the Fairy Queen. When Sidney died, ਜਦੋਂ ਸਿਡਨੀ ਦੀ ਡੈਥ ਹੋ ਜਾਂਦੀ ਹੈ, ਫਿਲਿਪ ਸਿਡਨੀ, ਸਪੈਂਸਰ wrote an elegy on his death. ਉਹਨਾਂ ਦੀ ਡੈਥ ਤੇ ਐਲਜੀ ਲਿਖਦੇ which of the following, ਕੀ ਨਾਮ ਆ ਹੇਠ ਲਿਖਿਆਂ ਚੋਂ? It is Astrophil. ਆ ਗਲਤੀ ਨਾਲ ਹੋ ਗਿਆ ਇਹਦਾ, Astrophil is the right answer. Spenser's epithalamion is, epithalamion ਜਿਹੜਾ ਹੈਗਾ ਸਪੈਂਸਰ ਦਾ, ਉਹ ਕੀ ਹੈ ਜੀ ਦੋਸਤੋ? ਆ ਗਏ ਉਹੀ ਆਪਸ਼ਨ, ਦੇਖੋ ਆਪਾਂ ਪੜਿਆ ਸੀ ਨਾ ਉੱਪਰ ਸੋਨੇਟ ਸੀਰੀਜ਼, ਈਟੀ ਐਮੋਰਿਟੀ ਹੈ ਨਾ, ਉਹ ਵਾਲਾ, ਤੇ ਇਹ ਕਹਿੰਦਾ ਐਪੀਥੈਲੇਮੀਅਨ ਕੀ ਆ? ਹੁਣ ਐਲਜੀ ਆ, ਸੋਨੇਟ ਆ, ਨਰੇਟਿਵ ਪੋਇਮ ਆ, ਇਟ ਇਜ਼ ਵੈਡਿੰਗ ਹੈਮਨ। ਆਪਾਂ ਉੱਪਰ ਵੀ ਡਿਸਕਸ ਕਰਕੇ ਇਟ ਇਜ਼ ਐਪੀਥੈਲੇਮੀਅਨ ਜਿੱਥੇ ਵੀ ਆ ਜਾਏ ਨਾ, ਸੋ ਇਟ ਇਜ਼ ਅ ਵੈਡਿੰਗ ਹੈਮਨ, ਇੱਕ ਵਿਆਹ ਦਾ ਗੀਤ ਸੀਗਾ। ਨੈਕਸਟ ਕੁਐਸਚਨ, ਸਪੈਂਸਰਸ ਅਮੈਰਿਟੀ ਇਜ਼, ਕਾਹਦਾ ਕਲੈਕਸ਼ਨ ਆ ਇਹ? ਤੁਸੀਂ ਇਹਦੇ ਵਿੱਚ ਇੱਕ ਵਾਰੀ ਨਿਗਾਹ ਮਾਰੋ। ਆਪਾਂ ਕਿਹਾ ਸੀ ਈਟੀ, ਇੱਥੇ ਵੀ ਆ ਗਿਆ ਈਟੀ ਹੈ ਨਾ, ਸੋਨੇਟ, ਸੋ collection of his love sonnets. Spenser wrote a series of sonnets in honor of his lady love Elizabeth Boyle, whom he married later, ਜਿਹਦੇ ਨਾਲ ਵਿਆਹ ਕਰਾਇਆ, Elizabeth Boyle ਹੈ ਨਾ। What title did he gave to this series? ਜਿਹੜੀ ਇਹ series sonnet series ਲਿਖੀ, ਉਹਨੂੰ ਕੀ ਨਾਮ ਦਿੱਤਾ ਜੀ? sonnet ਆ ਗਿਆ ਈਟੀ ਵਾਲਾ ਉਹੀ, ਤਾਂ it is amority, ਠੀਕ ਹੈ ਜੀ। ਸੋ ਥੋੜਾ ਕੁਐਸਚਨ ਉਹੀ ਹੁੰਦਾ, ਉਹਨੂੰ ਥੋੜਾ ਅਲੱਗ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਤਾਂ ਕਿ ਤੁਹਾਨੂੰ ਕਨਫਿਊਜ਼ ਕੀਤਾ ਜਾ ਸਕੇ, ਤੇ ਕਨਫਿਊਜ਼ ਆਪਾਂ ਹੋਣਾ ਨਹੀਂ। The Fairy Queen is an allegory. In this Queen Elizabeth is allegorized through the character of, ਕਿਹੜੇ ਕਰੈਕਟਰ ਦੇ ਥਰੂ ਇਹਨੂੰ ਅਲੈਗਰਾਈਜ਼ ਕੀਤਾ ਗਿਆ? ਗਲੋਰੀਆਨਾ, ਗਲੋਰੀਆਨਾ ਦੇ ਥਰੂ ਇਹਨੂੰ ਅਲੈਗਰਾਈਜ਼ ਕੀਤਾ ਗਿਆ। Who calls Spenser the poet's poet? ਬਹੁਤ ਇੰਪੋਰਟੈਂਟ ਜਿਹੜਾ ਹੈਗਾ ਜੀ ਕੁਐਸਚਨ ਆ ਇਹ, ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੱਕ ਦੋ ਵਾਰ ਆ ਚੁੱਕਿਆ। ਪੋਇਟਸ ਪੋਇਟ ਇਹਨੂੰ ਕਿੰਨੇ ਕਿਹਾ ਜੀ? ਸੋ ਰਾਈਟ ਆਨਸਰ ਇਜ਼ ਚਾਰਲਸ ਲੈਂਬ, ਚਾਰਲਸ ਲੈਂਬ ਸਾਹਿਬ ਨੇ ਕਿਹਾ ਇਹਨੂੰ। ਇਨ ਵਿਚ ਵਰਕ ਡਿਡ ਸਪੈਂਸਰ ਯੂਜ਼ ਦਾ ਸਪੈਂਜੇਰੀਅਨ ਸਟੈਂਜਾ? ਸਪੈਂਜੇਰੀਅਨ ਸਟੈਂਜਾ ਜਿਹੜਾ ਹੈਗਾ ਉਹ ਕਿਹੜੇ ਵਰਕ ਦੇ ਵਿੱਚ ਯੂਜ਼ ਕੀਤਾ ਇਹਨੇ ਸਪੈਂਸਰ ਨੇ? ਇਟ ਇਜ਼ ਫੇਰੀ ਕੁਈਨ, ਫੇਰੀ ਕੁਈਨ ਦੇ ਵਿੱਚ। ਆ ਥੋੜਾ ਜਿਹਾ ਤੁਸੀਂ ਦੇਖ ਲਿਆ ਕਰੋ ਯਾਰ, ਆਪ ਹੀ ਨਾ ਕਈ ਵਾਰ ਹੋ ਜਾਂਦਾ ਹਾਈਲਾਈਟ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਪਾਂ, ਆਨਸਰ ਨੂੰ ਦੇਖ ਲਿਆ ਕਰੋ ਜਿਹੜਾ ਮੈਂ ਆਨਸਰ ਦਿੰਦਾ ਨਾ। ਹਾਊ ਮੈਨੀ ਕੈਂਟੋਜ਼ ਆਰ ਦੇਅਰ ਇਨ ਬੁੱਕ 1 ਆਫ ਦਾ ਫੇਰੀ ਕੁਈਨ? ਫੇਰੀ ਕੁਈਨ ਦੀ ਬੁੱਕ 1 'ਚ ਪਹਿਲਾਂ ਵੀ ਕੁਐਸਚਨ ਆ ਗਿਆ ਰਿਪੀਟਡ, ਕੋਈ ਗੱਲ ਨਹੀਂ, ਪ੍ਰੈਕਟਿਸ ਹੋ ਜੂ ਆਪਣੀ। 12 ਕੈਂਟੋਜ਼ ਨੇ ਜੀ, ਹੈ ਨਾ। A critic says that the fairy queen is downright flattery, gross, shameless, lying flattery, ਇੱਕ ਤਰ੍ਹਾਂ ਦਾ ਝੂਠ ਜਿਹਾ ਹੀ ਆ ਮਹਾਰਾਣੀ ਦੀ ਮਤਲਬ ਤਾਰੀਫ ਦੇ ਵਿੱਚ, ਹੈ ਨਾ, ਆਫ ਕੁਈਨ ਐਲਿਜ਼ਾਬੈਥ। ਇਹ ਕਿਹੜਾ ਕ੍ਰਿਟਿਕ ਸੀ ਬਈ ਜਿਹਨੇ ਐਡੀ ਗੱਲ ਕਹੀ? ਇਟ ਵਾਜ਼ ਡੀਐਨ ਚਰਚ। The Fairy Queen is basically a moral allegory, ਇੱਕ ਤਰ੍ਹਾਂ ਦੀ moral allegory ਸੀ। From whom did Spenser derive this concept of moral allegory? ਇਸ concept ਨੂੰ ਕਿੱਥੋਂ ਲਿਆ ਗਿਆ, ਕਿੱਥੋਂ ਜਿਹੜਾ derive ਕੀਤਾ ਉਹਨੇ, ਹੈ ਨਾ। So answer is Aristotle. Right answer is Aristotle. Spenser wrote no language. ਇਹ ਕਹਿੰਦਾ ਸਪੈਂਸਰ ਨੇ ਕੋਈ ਲੈਂਗੁਏਜ ਨਹੀਂ ਲਿਖੀ, ਹੈ ਨਾ। Who said this? ਕਿਹਨੇ ਕਿਹਾ ਜੀ? Right answer is Ben Jonson. Spenser divided his shepherd's calendar into 12 eclogues. Why did he do so? 12 eclogues ਉਹਨੇ ਡਿਵਾਈਡ ਕੀਤਾ ਸੀ shepherd's calendar ਨੂੰ, ਕਿਉਂ ਕੀਤਾ ਸੀ, ਹੈ ਨਾ। ਆਪਸ਼ਨ ਦੇਖ ਲਓ ਇੱਕ ਵਾਰੀ, ਇਹ ਵੀ ਰੀਡ ਕਰ ਲਓ। ਅਗਲੇ ਆਪਸ਼ਨਸ ਤੇ ਚੱਲਦੇ ਆਪਾਂ। So right answer is because there are 12 months in a year. ਇੱਕ ਸਾਲ ਚ 12 ਮੰਥ ਹੁੰਦੇ ਆ, ਇਸ ਕਰਕੇ। Next question, to whom does Spenser dedicate his shepherd's calendar? It is Philip Sidney. Next question, which of the following poems of Spenser is a pastoral? Shepherd's calendar ਤਾਂ ਦੋਸਤੋ pastoral ਹੈਗਾ ਹੀ ਆ, ਇਹ 'ਚ ਕੋਈ ਸ਼ੱਕ ਨਹੀਂ। And the another one is Astrophil, ਇਹ ਵੀ ਇੱਕ pastoral elegy ਆ ਜਾਂ poem ਆ, ਇਹਨੂੰ ਕਹਿ ਸਕਦੇ ਆ, ਹਨਾ। ਸੋ ਇੱਥੇ ਦੋਵੇਂ ਹੀ ਆਨਸਰ ਸਹੀ ਨੇ ਜੀ। ਇਹਨੂੰ ਤੁਸੀਂ ਅੱਗੇ ਆਪਸ਼ਨ ਐਡ ਕਰ ਸਕਦੇ ਹੋ ਕਿ all C and D, ਹੈ ਨਾ, both C and D. Next question, why did Spenser give the title Astrophil to his elegy written on the death of Sidney? Philip Sidney ਦੇ ਡੈਥ ਤੇ ਇਹਨਾਂ ਨੇ ਜਿਹੜੀ ਐਸਟ੍ਰੋਫਲ ਨਾਮ ਦੀ ਉਹ ਲਿਖੀ, ਉਹਨੂੰ ਐਸਟ੍ਰੋਫਲ ਹੀ ਨਾਮ ਕਿਉਂ ਦਿੱਤਾ ਗਿਆ? ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਆਪਸ਼ਨਸ ਤੇ। ਦੇਖੋ ਜੀ, ਰਾਈਟ ਆਨਸਰ ਇਜ਼ ਬਿਕੋਜ਼ ਸਿਡਨੀ wrote a sonnet series under the title Astrophel and Stella, ਇਸ ਕਰਕੇ ਨਾਮ ਦਿੱਤਾ ਗਿਆ ਜੀ। ਪ੍ਰਿੰਸ ਆਰਥਰ ਇਨ ਦ ਫੇਰੀ ਕੁਈਨ ਸਿੰਬੋਲਾਈਜ਼ਸ, ਕਿਹਨੂੰ ਸਿੰਬੋਲਾਈਜ਼ ਕਰਦਾ ਪ੍ਰਿੰਸ ਆਰਥਰ? ਇਟ ਇਜ਼ ਮੈਗਨੀਫੀਸੈਂਸ, ਰਾਈਟ ਆਨਸਰ।
Queen Elizabeth is allegorically represented through ਅਲੈਗਰੀ ਆਪਾਂ ਪਹਿਲਾਂ ਵੀ ਕੁਐਸਚਨ ਪੜ੍ਹ ਚੁੱਕੇ ਹਾਂ, ਹੋਰ ਤਰੀਕੇ ਨਾਲ ਆਇਆ ਸੀ, ਹੋਰ ਤਰੀਕੇ ਨਾਲ ਇਦਾਂ ਹੀ ਕਨਫਿਊਜ਼ ਕਰਨੀਆਂ ਛੋਟੀਆਂ ਛੋਟੀਆਂ ਗੱਲਾਂ 'ਚ। ਐਲਿਜ਼ਾਬੈਥ ਸੀਗੀ ਜਿਹੜੀ ਅਲੈਗਰਾਈਜ਼ ਕਿਹੜੇ ਕਰੈਕਟਰ ਦੇ ਥਰੂ ਕੀਤਾ ਗਿਆ ਜੀ? ਗਲੋਰੀਆਨਾ। ਗਲੋਰੀਆਨਾ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਦਾ ਸ਼ੈਫਰਡਸ ਕੈਲੰਡਰ ਇਜ਼ ਅ ਸੀਰੀਜ਼ ਆਫ ਪਾਸਟੋਰਲ ਪੋਇਮਸ। ਕਿੰਨੀਆਂ ਪਾਸਟੋਰਲ ਪੋਇਮਸ ਸੀਗੀਆਂ? 12। Who said of Spenser that he writ no language? ਉਹਨੇ ਕੋਈ ਲੈਂਗੁਏਜ ਨਹੀਂ ਲਿਖੀ। ਕਿਹਨੇ ਕਹੀ ਇਹ ਗੱਲ? It is by Ben Jonson. Ben Jonson ਸਾਹਿਬ ਕਹਿੰਦੇ ਆ ਉਹਨਾਂ ਬਾਰੇ, ਹੈ ਨਾ। ਨੈਕਸਟ ਕੁਐਸਚਨ, to whom has Spenser addressed his introductory letter in the Fairy Queen? Fairy Queen ਦੇ ਵਿੱਚ ਜਿਹੜਾ introductory letter ਆ ਉਹ address ਕਿਹਨੂੰ ਕਰਦੇ ਆ ਜੀ? ਉਹ ਕਰਦੇ ਆ ਜੀ ਵਾਲਟਰ ਰੈਲੇ ਨੂੰ। Next question, how many books of the Fairy Queen did Spenser actually write? ਅਸਲ 'ਚ ਲਿਖੀਆਂ 6, ਪਲਾਨ ਕੀਤੀਆਂ ਸੀ 12। Next question, who is the queen of the fairyland in the Fairy Queen? So answer is Gloriana. Spenser's Fairy Queen was modelled after an Italian prototype. ਪਹਿਲਾਂ ਵੀ question ਆ ਚੁੱਕਿਆ ਜੀ। Answer is Ariosto's Orlando Furioso. Next question, who wrote the sonnet introductory to the Fairy Queen? Right answer is Walter Raleigh. What is Spenser's sonnet series called? ਪਹਿਲਾਂ ਵੀ ਆ ਚੁੱਕਿਆ ਜੀ, E.T. ਇੱਥੇ Amority. In Spenser's Fairy Queen, who exemplifies magnificence, the virtue of a complete man? So right answer is King Arthur. King Arthur is the right answer. Next question, the first folio edition with books 1 to 6 and Mutability Cantos fragment of the Fairy Queen appeared in? ਕਦੋਂ appear ਹੋਏ? Right answer is ਪਹਿਲੀ ਤੋਂ ਲੈ ਕੇ 6ਵੀਂ ਜਿਹੜੀ ਬੁੱਕ ਹੈਗੀ ਆ ਇਹਦੇ ਨਾਲ Mutability Cantos ਕਦੋਂ? 1609 ਦੇ ਵਿੱਚ ਦੁਬਾਰਾ ਪਬਲਿਸ਼ ਹੋਏ, ਹੈ ਨਾ। ਐਡਮੰਡ ਸਪੈਂਸਰ ਵਾਸ ਬੋਰਨ ਇਨ, ਕਦੋਂ ਜਨਮ ਹੁੰਦਾ ਜੀ ਉਹਨਾਂ ਦਾ? ਦੇਖੋ ਡੇਟਸ ਲਿਖੀਆਂ ਹੋਈਆਂ। ਸੋ ਹੀ ਵਾਸ ਬੋਰਨ ਇਨ 1552। ਨੈਕਸਟ ਕੁਐਸਚਨ, ਦਾ ਸ਼ੈਫਰਡਸ ਕੈਲੰਡਰ ਵਾਸ ਪਬਲਿਸ਼ਡ ਇਨ? ਸ਼ੈਫਰਡਸ ਕੈਲੰਡਰ ਹੈ ਜਿਹੜਾ ਕਦੋਂ ਪਬਲਿਸ਼ ਹੁੰਦਾ ਜੀ ਇਹ? ਰਾਈਟ ਆਨਸਰ ਇਜ਼ 1579। ਸਪੈਂਸਰ ਡੈਡੀਕੇਟਡ ਦਾ ਅਬਵ ਵਰਕ ਟੂ, ਮੀਨਸ ਸ਼ੈਫਰਡਸ ਕੈਲੰਡਰ ਕਿਹਨੂੰ ਇਹ ਡੈਡੀਕੇਟ ਕਰਦੇ ਆ ਜੀ? So it was dedicated to Philip Sidney. ठीक है जी। What is the name of the shepherd in the Shepherd's calendar? Shepherd ਦਾ ਨਾਮ ਕੀ ਹੈ Shepherd's calendar ਦੇ ਵਿੱਚ? Right answer is Colin Clout. The shepherd loves, shepherd ਜਿਹੜਾ ਹੈਗਾ ਉੱਪਰ Shepherd's calendar ਚ ਕਿਹਨੂੰ ਪਿਆਰ ਕਰਦਾ? So right answer is Rosalind. Rosalind ਨੂੰ ਪਿਆਰ ਕਰਦਾ ਜੀ। Next question, Colin Clout represents, ਕਿਹਨੂੰ represent ਕਰਦਾ? ਉਹ ਤੁਹਾਡੇ ਸਾਹਮਣੇ ਨੇ ਜੀ ਆਪਸ਼ਨ। ਰਾਈਟ ਆਨਸਰ ਇਜ਼ ਸਪੈਂਸਰ ਨੂੰ represent ਕਰਦਾ। Which poem did Spenser write to mourn the death of Sir Philip Sidney? ਫਿਲਿਪ ਸਿਡਨੀ ਜਿਹੜਾ ਇਹਨਾਂ ਦਾ ਦੋਸਤ ਸੀ ਉਹਦੀ ਡੈਥ ਨੂੰ ਮੌਰਨ ਕਰਦੀ ਐਲਜੀ ਕਿਹੜੀ ਸੀਗੀ, ਹੈ ਨਾ? ਇਟ ਇਜ਼ ਐਸਟ੍ਰੋਫਿਲ। ਐਸਟ੍ਰੋਫਿਲ ਨਾਂ ਦੀ ਐਲਜੀ ਸੀਗੀ ਜੀ। Next question, for how many years did Spenser work at the Fairy Queen? ਕਿੰਨੇ ਸਾਲ ਕੰਮ ਕੀਤਾ ਉੱਤੇ? Right answer is 20 years. Next question, how many sonnets are there in the above work? ਉੱਪਰਲਾ ਜਿਹੜਾ ਵਰਕ ਆ Fairy Queen ਇਹਦੇ ਵਿੱਚ ਕਿੰਨੇ ਸੋਨੇਟ ਨੇ ਜੀ? Right answer is 89. ਕਾਫੀ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਇਹ, ਤੇ ਕਈ ਵਾਰੀ 89 ਜਾਂ ਫਿਰ 90 ਵੀ ਕਹਿ ਦਿੰਦੇ ਆ, 90 89 ਜਿਹੜੀ ਵੀ ਆਪਸ਼ਨ ਹੋਊਗੀ ਤੁਸੀਂ ਲਗਾ ਦੇਣੀ ਹੈ ਇੱਥੇ। Spenser's Daphnaida mourns the death of the wife of, ਕਿਹਦੀ ਵਾਈਫ ਨੂੰ ਮੌਰਨ ਕਰਦਾ Daphnaida ਜਿਹੜਾ ਵਰਕ ਆ? ਸੋ ਆਰਥਰ ਗੌਰਜਸ। ਆਰਥਰ ਗੌਰਜਸ ਉਹ ਬੰਦਾ ਜਿਹਦੀ ਵਾਈਫ ਦੀ ਡੈਥ ਨੂੰ ਇਹ ਮੌਰਨ ਕਰਦਾ Daphnaida। Daphnaida ਇਜ਼ ਡੈਫਨੇ ਉਹਦਾ ਨਾਮ ਸੀਗਾ ਜੀ, ਹੈ ਨਾ। ਡਗਲਸ ਹੋਵਰਡ ਕਹਿ ਸਕਦੇ ਹੋ ਲੇਡੀ ਸੀ ਜਿਹੜੀ, ਉਹ ਮਰ ਜਾਂਦੀ ਹੈ, ਉਹਦੀ ਵਾਈਫ ਹੁੰਦੀ ਹੈ, ਠੀਕ ਹੈ। ਤੋ ਉਹਨੂੰ ਇਹ ਜਿਹੜਾ Daphnaida ਮੌਰਨ ਕਰਦਾ, ਇਹ ਐਲਜੀ ਇੱਕ ਤਰ੍ਹਾਂ ਦੀ, ਹੈ ਨਾ, ਦੁੱਖ ਪ੍ਰਗਟ ਕਰਦੀ ਹੈ ਉਹਤੇ। ਨੈਕਸਟ ਕੁਐਸਚਨ, the sonnets in Amority were addressed to? Amority ਦੇ ਵਿੱਚ ਜਿਹੜੇ ਸੋਨੇਟ ਨੇ ਉਹ ਕਿਹਨੂੰ ਐਡਰੈਸ ਕੀਤੇ ਗਏ ਨੇ? ਸੋ ਰਾਈਟ ਆਨਸਰ ਇਜ਼ ਐਲਿਜ਼ਾਬੈਥ ਬੋਇਲੀ, ਉਹਦੀ ਵੁੱਡ ਬੀ ਵਾਈਫ ਹੁੰਦੀ ਹੈ ਜਿਹੜੀ, ਹੈ ਨਾ। Spenser wrote Prothalame in 1596 in honor of the wedding of, ਕਿਹਦੀ ਵੈਡਿੰਗ ਦੇ ਆਨਰ 'ਚ ਮਤਲਬ ਉਹਨੇ ਲਿਖਿਆ ਜਿਹੜਾ, ਹੈ ਨਾ, Prothalame। ਸੋ ਉਹ ਸੀਗਾ ਜੀ the daughters of the Earl of Worcester। ਦੋ ਕੁੜੀਆਂ ਸੀ, ਡਿਊਲ ਮੈਰਿਜ ਉਹਨਾਂ ਦੀ ਮੀਨਸ ਹੋ ਰਹੀ ਸੀ ਇੱਕ ਟਾਈਮ 'ਚ, ਤੇ ਉੱਥੇ ਲਿਖਿਆ ਉਹਨਾਂ ਨੇ। ਇੱਕ ਕੁੜੀ ਦਾ ਨਾਮ ਸੀਗਾ ਐਲਿਜ਼ਾਬੈਥ ਤੇ ਦੂਜੀ ਦਾ ਨਾਮ ਕੈਥਰੀਨ ਸਮਰਸੈਟ, ਹੈ ਨਾ।
ਉਸ ਤੋਂ ਬਾਅਦ ਆ ਜਾਓ ਜੀ, ਅਗੇਂਸਟ देयर bridal day which was not long, sweet themes run softly till I end my song. Which work of Edmund Spenser does have these famous lines? ਇਹ famous lines ਕਿਹੜੇ ਵਰਕ ਦੇ ਵਿੱਚੋਂ ਨੇ ਜੀ? Right answer is Prothleamian. Next question, sing ye sweet angels Alleluia song that all the woods may answer and your echo ring. In which work of Edmund Spenser does one come across these beautiful lines? So ਕਿਹੜੀ poem ਆ ਜੀ? It is Epithalamium. Who is known as poet's poet? ਪੜ੍ਹ ਚੁੱਕੇ ਹਾਂ ਪਹਿਲਾਂ, Edmund Spenser. Spenser has been hailed as poet's poet by, very very important, ਕਿਹਨੇ ਕਿਹਾ ਜੀ? ਪਹਿਲਾਂ ਤਾਂ ਆਇਆ ਵੀ ਕੌਣ ਸੀਗਾ ਸਪੈਂਸਰ, ਤੁਹਾਨੂੰ ਸਿੱਧਾ ਪੁੱਛ ਲਿਆ ਜਾਊ। ਤੁਹਾਨੂੰ ਜੇ ਇਹ ਪੁੱਛ ਲਿਆ ਕਿਹਨੇ ਕਿਹਾ ਹੈ ਨਾ poet's poet ਸਪੈਂਸਰ ਨੂੰ, you have to answer ਚਾਰਲਸ ਲੈਮ। ਚਾਰਲਸ ਲੈਮ ਉਹ ਬੰਦਾ ਸੀ ਜਿਹਨੇ poet's poet ਕਿਹਾ ਇਹਨੂੰ। Next, the Spenserian stanza has, Spenserian stanza ਚ ਕਿੰਨੀਆਂ ਲਾਈਨਸ ਹੁੰਦੀਆਂ ਨੇ? Answer is 9 line. Next question ਦੇਖੋ ਜੀ, an iambic pentameter line contains, iambic pentameter ਦੇ ਵਿੱਚ ਕਿੰਨੀਆਂ ਲਾਈਨਸ ਹੁੰਦੀਆਂ ਨੇ? So 5 feet is answer. Next question, Spenser's Fairy Queen was planned to be completed in 12 books. ਪਹਿਲਾਂ ਪਲਾਨ ਕੀਤਾ ਗਿਆ 12 ਕਿਤਾਬਾਂ ਛਾਪਾਂਗੇ, but able to complete only ਕਿੰਨੀਆਂ ਕਿਤਾਬਾਂ? ਪਹਿਲਾ ਆਨਸਰ ਆ ਚੁੱਕਿਆ ਹੈ 6 ਕਿਤਾਬਾਂ ਹੀ ਲਿਖ ਸਕੇ ਸਪੈਂਸਰ ਸਾਹਿਬ, ਉਸ ਤੋਂ ਬਾਅਦ ਡੈਥ ਹੋ ਜਾਂਦੀ ਹੈ ਉਹਨਾਂ ਦੀ। Next question, who is the hero of Spenser's Fairy Queen? Answer is King Arthur. Next question, to whom does Spenser dedicate his Fairy Queen? Right answer is Queen Elizabeth. Queen Elizabeth ਨੂੰ ਡੈਡੀਕੇਟ ਕੀਤੀ ਸੀ। ਕੁਐਸਚਨ ਪੇਪਰ 'ਚ ਆਉਣ ਵਾਲਾ, ਯਾਦ ਰੱਖਿਓ ਜੀ। Next question, in his dedicatory letter, Spenser says that the real beginning of the allegory is in the Fairy Queen is to be found in book. ਕਿਹੜੀ ਬੁੱਕ 'ਚੋਂ? ਇੱਕ ਲੈਟਰ 'ਚ ਦੱਸਦਾ ਕਿ ਅਸਲੀ ਸ਼ੁਰੂਆਤ ਤਾਂ ਇੱਥੋਂ ਹੋਣੀ ਹੈ ਬੁੱਕ ਦੀ। So it is book 12, 12ਵੀਂ ਬੁੱਕ ਹੈ, ਯਾਦ ਰੱਖਿਓ ਜੀ। How many books are there in Spenser's Fairy Queen? Fairy Queen ਦੇ ਵਿੱਚ ਕਿੰਨੀਆਂ ਬੁੱਕਸ ਨੇ ਟੋਟਲ? ਟੋਟਲ ਪੁੱਛਿਆ ਹੁਣ ਉਹਨੇ, ਜਿੰਨੀਆਂ ਲਿਖੀਆਂ ਉਹ ਨਹੀਂ, ਕਿੰਨੀਆਂ ਟੋਟਲ ਕਿੰਨੀਆਂ ਬੁੱਕਸ ਨੇ? These are 12 books. So who wrote the sonnet series called Amorti? ਕਿਹਨੇ ਲਿਖਿਆ? ਸਿੰਪਲ ਸਪੈਂਸਰ ਨੇ ਲਿਖਿਆ ਜੀ। Spenser's Amorti is, Amorti ਹੈ ਜਿਹੜਾ ਕੀ ਹੈ ਜੀ? ਦੇਖੋ ਆਪਾਂ ਦੇਖਦੇ ਹਾਂ, ਸੋਨੇਟ ਸੀਰੀਜ਼ ਆ ਵੈਸੇ ਤਾਂ, ਤੁਸੀਂ ਦੇਖੋ ਇੱਕ ਵਾਰੀ ਸੋਨੇਟ ਸੀਰੀਜ਼ ਕਿੱਥੇ ਲਿਖਿਆ ਹੈ ਨਾ। So collection of sonnets addressed to his bride, ਆਪਣੀ bride ਨੂੰ ਸੋਨੇਟ ਐਡਰੈਸ ਕੀਤੇ ਹੋਏ ਸੀ। ਸਿੰਪਲ। Spenser wrote an elegy to mourn the death of Sidney. Sidney ਦੀ ਡੈਥ ਨੂੰ ਮੌਨ ਕਰਨ ਵਾਸਤੇ elegy ਲਿਖੀ। ਚੂਜ਼ ਦਾ ਕਰੈਕਟ ਟਾਈਟਲ ਆਫ ਦਾ elegy. elegy ਦਾ ਸਹੀ ਟਾਈਟਲ ਕੀ ਹੈ ਜੀ ਸਿਡਨੀ ਦੀ ਡੈਥ ਤੇ? That is Astrophil. Next question, Spenser's Epithalamium is, ਕੀ ਹੈ ਜੀ ਐਪੀਥੈਲਮੀਅਨ ਸਪੈਂਸਰ ਦਾ ਜਿਹੜਾ ਹੈਗਾ? ਇਹ ਕੀ ਹੈ ਜੀ? ਪਹਿਲਾਂ ਵੀ ਆ ਚੁੱਕਿਆ। ਆਨਸਰ ਇਜ਼ ਵੈਡਿੰਗ ਹੈਮਨ ਆ। ਦੋ ਜਿਹੜੀਆਂ ਕੁੜੀਆਂ ਸੀਗੀਆਂ ਕੈਥਰੀਨ ਤੇ ਐਲਿਜ਼ਾਬੈਥ, ਉਹਨਾਂ ਦੀ ਵਿਆਹ ਤੇ ਜਿਹੜਾ ਇੱਕ ਵੈਡਿੰਗ ਹੈਮਨ ਡੈਡੀਕੇਟ ਕੀਤਾ ਸੀ। ਸਪੈਂਸਰਸ ਐਮੋਰਿਟੀ, ਐਮੋਰਿਟੀ ਉਹ ਫੇਰ ਕੁਐਸਚਨ ਆ ਗਿਆ ਸ਼ਾਇਦ ਰਿਪੀਟਡਲੀ। ਇਹ ਕੀ ਆ ਐਮੋਰਿਟੀ, ਕੀ ਹੈ ਜੀ, ਹੈ ਨਾ? ਸੋ ਅ ਕਲੈਕਸ਼ਨ ਆਫ ਹਿਜ਼ ਲਵ ਸੋਨੇਟਸ, ਲਵ ਸੋਨੇਟਸ ਨੇ ਇਹ। ਨੈਕਸਟ ਕੁਐਸਚਨ, Spenser wrote a series of sonnets in honor of his lady love, Elizabeth Boyle, whom he married later. What title did he give to this series? ਕੀ title ਦਿੱਤਾ ਜੀ? ਪਹਿਲਾਂ ਵੀ ਆ ਚੁੱਕਿਆ question. Right answer is Amorti. In which work did Spenser use the Spenserian stanza? Spenserian stanza ਕਿਹੜੇ ਵਰਕ ਦੇ ਵਿੱਚ ਯੂਜ਼ ਕੀਤਾ? Right answer is The Fairy Queen. Next question, the rhyme scheme of the Spenserian stanza is, Spenserian stanza ਦੀ rhyme scheme ਕੀ ਆ? A B A B B C B C C D C D E E। ਇਹ ਰਟਾ ਲਾ ਲਵੇ ਤੇ ਪੇਪਰ ਚ ਆਉਣ ਵਾਲਾ ਕੁਐਸਚਨ ਆ ਜੀ। Against their bridal day which was not long, sweet themes run softly till the end my song, till I end my song. Which work of Edmund Spenser does have these famous lines? ਕਿਹੜੇ ਵਰਕ ਦੇ ਵਿੱਚ ਨੇ ਜੀ ਇਹ? ਇਹ ਹੈਗੀਆਂ ਜੀ ਪ੍ਰੋਥਲੇਮੀਅਨ ਦੇ ਵਿੱਚ। Sing ye sweet angels Alleluia songs that all the woods may answer and your echo ring. In which work of Spenser does one come across the
these beautiful lines. So ये केड़ा work हैगा जी? It is epithalamion. Next is who is the second father of English poetry? देखो पहला जिहड़ा हैगा जियोफ्रे चैसर है जी, इंग्लिश पोइट्री का फादर, ते सैकेंड फादर किनू कहा जाता? इट इज एडमंड स्पेंसर. नैक्सट क्वेश्चन, एस्ट्रोफिल 1595 ਦੇ ਵਿੱਚ ਆਈ एलिजी ऑन द डेथ ऑफ हिज फ्रेंड, अपने एक फ्रेंड की डेथ के उपर. इट वाज डेडिकेटेड टू, ये डेडिकेट किनू की गई सी? देखो क्वेश्चन होर तरीके ना आ गया है ना. डेथ लिखी की डेथ ते गई, वो सीगा फिलिप सिडनी, पर डेडिकेट किनू की गई? आंसर इज फ्रांसिस वालसिंघम. राइट आंसर इज फ्रांसिस वालसिंघम. ये सिडनी जिहड़ा फिलिप सिडनी सी उहदी वाइफ सीगी है ना, इन्हां नूं डेडिकेट की गई सी. ध्यान रखना तुसीं दोस्तों. नैक्सट क्वेश्चन, प्रोसोपोपिया इज द अदर नेम फॉर स्पेंसर्स. किहड़े वर्क का दूजा नाम प्रोसोपोपिया जी? इट इज मदर हवर्ड्स टेल. नैक्सट क्वेश्चन, स्पेंसर इज नोन एज द इंग्लिश वर्जिल फॉर. किहड़े वर्क लई उहनूं इंग्लिश वर्जिल का नाम दिता गया? सो फेरी क्वीन इज द राइट आंसर. स्पेंसर रिट नो लैंग्वेज. हु सेड दिस? किने क्या? बैन जॉनसन. राइट आंसर इज बैन जॉनसन. बैन जॉनसन साहब कहते हैं कि इन्हें कोई भाषा नहीं लिखी है ना. विच ऑफ द फॉलोइंग पोएम्स ऑफ स्पेंसर इज पास्टोरल. ये पास्टोरल किहड़ियां ने? एक तो आही है जी शेफील्ड्स कैलेंडर, एक आपां होर कीती सी एस्ट्रोफिल, ये भी पास्टोरल. तो आपां की कहांगे? बोथ ए एंड डी. यह राइट आंसर होगा जी. पेपर च थोड़ा ध्यान रखियो इस चीज का. How many ethical virtues have been highlighted by Spencer in the Fairy Queen? किन्नियां ethical virtue highlight कीतियां गईयां? ਤੁਹਾਨੂੰ ਦੱਸਿਆ ਮੈਂ ਕਿ ਫੇਰੀ ਕੁਈਨ ਦੇ ਵਿੱਚ 12 ਤਕਰੀਬਨ ਹਰੇਕ ਚੀਜ਼ ਨੂੰ ਨੇ 12 ਤੇ ਖੜਾਉਣ ਦੀ ਕੋਸ਼ਿਸ਼ ਕੀਤੀ ਹੈ. ਸੋ 12 ਵਰਚੁਅਲ ਐਥੀਕਲ ਵਰਚੂਜ਼ ਉਹਨੇ ਦੱਸੀਆਂ ਨੇ ਜੀ. ਨੈਕਸਟ ਕੁਐਸਚਨ, ਵਾਟ ਇਜ਼ ਦ ਟਾਈਟਲ ਆਫ ਪ੍ਰੋਜ਼ ਪੈਂਫਲੇਟ ਐਡਮੰਡ ਸਪੈਂਸਰ ਰੋਟ ਇਨ ਦ ਈਅਰ 1596? ਕੀ ਨਾਮ ਸੀ ਉਹਦਾ? A view of the present state of Ireland. ਇਹ ਵਾਲਾ ਵਰਕ ਸੀਗਾ ਜੀ 1596 ਦੇ ਵਿੱਚ. ਪ੍ਰੋਜ਼ ਪੈਂਫਲੇਟ ਸੀ ਇਹ. Next question is, to which historical period does Spencer belong? ਕਿਹੜੇ ਪੀਰੀਅਡ ਤੋਂ ਬਿਲੋਂਗ ਕਰਦਾ ਸੀ? 1500 ਤੋਂ ਲੈ ਕੇ 1600 ਤੱਕ, ਕਿਉਂਕਿ ਉਹਦੀ ਜਨਮ ਹੁੰਦਾ 1552 ਚ. ਇੱਥੇ ਵੀ ਨਹੀਂ ਲਾਇਆ ਕਰਦਾ ਉਹ, ਇੱਥੇ ਵੀ ਨਹੀਂ ਆਉਂਦਾ ਤੇ ਇੱਥੇ ਵੀ ਨਹੀਂ ਆਉਂਦਾ ਹਨਾ. 1500 ਤੋਂ 1600 ਦੇ ਪੀਰੀਅਡ ਦੇ ਵਿੱਚ ਆਉਂਦਾ ਸੀ ਉਹ. 4 to 6 parts of the Fairy Queen appeared in. ਦੇਖੋ ਪਹਿਲਾਂ 3 ਪਾਰਟ ਆਏ, ਉਹਦੇ 3 ਪਾਰਟ ਬਾਅਦ ਚ ਆਏ. ਪਹਿਲੇ 3 ਪਾਰਟ ਜਿਹੜੇ ਆਏ ਉਹ ਸੀਗੇ 1590 ਚ, ਤੇ 3 ਪਾਰਟ ਬਾਅਦ ਵਾਲੇ ਸੀਗੇ 1596 ਦੇ ਵਿੱਚ. 1596 ਇਜ਼ ਦ ਰਾਈਟ ਆਨਸਰ. ਸਪੈਂਸਰਸ ਫੇਰੀ ਕੁਈਨ ਇਜ਼ ਆ, ਫੇਰੀ ਕੁਈਨ ਕੀ ਆ? ਪਲੇ ਆ, ਪੋਇਟਰੀ ਆ, ਡਰਾਮਾ, ਐਲੈਗਰੀ? ਰਾਈਟ ਆਨਸਰ ਇਜ਼ ਐਲੈਗਰੀ ਹੈ ਜੀ ਇਹ. ਨੈਕਸਟ ਕੁਐਸਚਨ, ਅੰਡਰ ਵਿਚ pseudonymous the work Shepherd's Calendar published? ਰਾਈਟ ਆਨਸਰ ਇਜ਼ ਇਮੇਰਿਟੋ. ਆ ਧਿਆਨ ਰੱਖਿਓ, ਐਮੈਰਿਟੀ ਤੇ ਇਮੋਰਿਟੋ ਦੋਨਾਂ ਵਿੱਚ ਫਰਕ ਆ ਹੈ ਨਾ. ਐਮੋਰਿਟੀ ਤਾਂ ਸੋਨੇਟ ਸੀਰੀਜ਼ ਆ ਦੀ ਸਪੈਂਸਰ ਦੀ, ਤੇ ਸੈਫਰਡਸ ਕੈਲੰਡਰ ਪਬਲਿਸ਼ ਹੋਇਆ ਜੀ, ਦੂਜਾ ਨਾਮ ਕੀ ਸੀ? ਇਮੋਰਿਟੋ, ਆਈ ਨਾਲ ਪੈਂਦਾ, IMMERITO. ਨੈਕਸਟ ਕੁਐਸਚਨ, ਡੋਇਸਾ ਇਜ਼ ਡਿਸਗਿਊਜ਼ਡ ਐਜ਼. ਡੋਇਸਾ ਸੀਗੀ ਜਿਹੜੀ ਕਿਹਦਾ ਭੇਸ ਬਦਲ ਕੇ ਆਉਂਦੀ ਆ? ਫਿਦੇਸਾ ਦਾ. ਕਿਹੜੇ ਵਰਕ ਚ? ਫੇਰੀ ਕੁਈਨ ਦੇ ਵਿੱਚ. ਐਡਮੰਡ ਸਪੈਂਸਰਸ ਕੌਲਿਨ ਕਲਾਉਡਸ ਕਮ ਹੋਮ ਅਗੇਨ ਇਜ਼ ਫਾਈਨ ਐਗਜ਼ਾਮਪਲ ਆਫ. ਕਾਦੀ ਫਾਈਨ ਐਗਜ਼ਾਮਪਲ ਆ ਇਹ? ਇਟ ਇਜ਼ ਅ ਫਾਈਨ ਐਗਜ਼ਾਮਪਲ ਆਫ ਪਾਸਟੋਰਲ ਇਕੋਲੌਗ. ਇਕੋਲੌਗ ਦੀ ਐਗਜ਼ਾਮਪਲ ਆ. ਕੌਲਿਨ ਕਲਾਉਡਸ ਕਮ ਹੋਮ ਅਗੇਨ ਇਜ਼ ਡੈਡੀਕੇਟਡ ਟੂ. ਕਿਹਨੂੰ ਡੈਡੀਕੇਟ ਕੀਤਾ ਗਿਆ ਜੀ ਇਹ? ਇਹ ਡੈਡੀਕੇਟ ਕੀਤਾ ਗਿਆ ਵਾਲਟਰ ਰੈਲੇ ਨੂੰ. ਨੈਕਸਟ ਕੁਐਸਚਨ ਇਜ਼, ਅਨਫਿਨਿਸ਼ਡ ਵਰਕ ਆਫ ਐਡਮੰਡ ਸਪੈਂਸਰ ਇਜ਼. ਕਿਹੜਾ ਅਨਫਿਨਿਸ਼ਡ ਸੀ? 12 ਬੁੱਕਸ ਲਿਖਣੀਆਂ ਸੋਚੀਆਂ ਸੀ ਉਹਨੇ, ਕੰਪਲੀਟ ਕਰ ਸਕਿਆ ਸਿਰਫ 6. ਸੋ ਫੇਰੀ ਕੁਈਨ ਸੀਗਾ ਆਨਸਰ ਹੈ ਨਾ ਇਹਦਾ, ਅਨਕੰਪਲੀਟ ਵਰਕ ਸੀਗਾ. ਕੌਲਿਨ ਕਲਾਊਟ ਡਿਡ ਨਾਟ ਅਪੀਅਰਡ ਇਨ. ਹੇਠ ਲਿਖਿਆ ਜੋ ਕਿਹਦੇ ਵਿੱਚ ਕੌਲਿਨ ਕਲਾਊਟ ਅਪੀਅਰ ਨਹੀਂ ਹੁੰਦਾ? ਕਾਫੀ ਸਾਰੇ ਵਰਕ ਦੇ ਵਿੱਚ ਕੌਲਿਨ ਕਲਾਊਟ ਅਪੀਅਰ ਹੁੰਦਾ. ਫੇਰੀ ਕੁਈਨ ਚ ਵੀ ਆਉਂਦਾ, ਸ਼ੈਫਰਡਸ ਕੈਲੰਡਰ ਚ ਵੀ ਆਉਂਦਾ, ਕੌਲਿਨ ਕਲਾਊਟਸ ਕਮ ਹੋਮ ਅਗੇਨ ਇਹਦੇ ਵਿੱਚ ਤਾਂ ਆਉਣਾ ਹੀ ਆਉਣਾ. ਸੋ ਆ ਜਿਹੜੀ ਹੈਗੀ ਆ ਪੋਇਮ ਸੀਗੀ ਐਪੀਥੈਲਮੀਅਨ, ਇਹਦੇ ਵਿੱਚ ਇਹ ਨਹੀਂ ਆਉਂਦਾ ਜੀ ਕੌਲਿਨ ਕਲਾਊਟ. A celebration of virtues contains the preface to. ਕਾਦੀ ਪ੍ਰੀਫੇਸ ਦੇ ਵਿੱਚ ਲਿਖਿਆ celebration of 12 virtues ਆਪਾਂ ਪੜ੍ਹਿਆ ਸੀ. So it is Fairy Queen. Fairy Queen is the right answer. Next question, who found Fairy Queen a useful source for absolute and archaic words? Right answer is Samuel Johnson. Samuel Johnson ਸਾਹਿਬ ਨੇ ਕਿਹਾ ਜੀ. Next, who mentions, ਕਿਹਨੇ mention ਕੀਤਾ? Our
sage and serious poet Spenser, whom I dare be known to think a better teacher than Scotus and Aquinas। ਇਹ ਗੱਲ ਕਿਹਨੇ ਕਹੀ ਜੀ, ਕਿੰਨੀ ਵੱਡੀ ਗੱਲ ਆ ਹਨਾ। ਸੋ ਇਹ ਕਿਹਾ ਜੀ ਜੌਨ ਮਿਲਟਨ ਸਾਹਿਬ ਨੇ। ਜੌਨ ਮਿਲਟਨ ਸਾਹਿਬ ਨੇ ਇਹਨਾਂ ਦੀ ਸ਼ਾਨ ਦੇ ਵਿੱਚ ਕਿਹਾ ਕਿ ਐਡੇ ਵੱਡੇ ਪੋਇਟ ਸੀ ਸਪੈਂਸਰ। ਸੋ ਨੈਕਸਟ ਕੁਐਸਚਨ ਐਂਡ ਦ ਲਾਸਟ ਵਨ, ਹੂ ਕੰਪੇਅਰਡ ਸਪੈਂਸਰ ਟੂ, ਕਿੰਨੇ ਸਪੈਂਸਰ ਨੂੰ ਕੰਪੇਅਰ ਕੀਤਾ ਕਿਹਦੇ ਨਾਲ? ਆ ਮਿਸਟ੍ਰੈਸ whose faults we see, ਵਾਈਫ ਜਿਹਦੇ ਅਸੀਂ ਫਾਲਟ ਦੇਖਦੇ ਹਾਂ, ਬਟ ਲਵ ਹਰ ਵਿਦ ਆਲ them, ਪਰ ਉਹਨੂੰ ਫੇਰ ਵੀ ਆਪਾਂ ਪਿਆਰ ਹੀ ਕਰਦੇ ਹਾਂ ਹਨਾ, ਚਾਹੇ ਉਹ 'ਚ ਨੁਕਸ ਹੋਣ। ਉਸ ਤਰ੍ਹਾਂ ਦਾ ਸਪੈਂਸਰ ਸੀਗਾ ਕਹਿੰਦਾ ਹਨਾ। ਕਿਹਨੇ ਕਿਹਾ ਜੀ? ਰਾਈਟ ਆਨਸਰ ਇਜ਼ ਅਲੈਗਜ਼ੈਂਡਰ ਪੋਪ। ਰਾਈਟ ਆਨਸਰ ਇਜ਼ ਅਲੈਗਜ਼ੈਂਡਰ ਪੋਪ। ਸੋ ਦੋਸਤੋ ਇਹ ਸੀਗੇ ਜੀ ਐਡਮੰਡ ਸਪੈਂਸਰ ਸਾਹਿਬ ਦੇ MCQs। ਨੈਕਸਟ ਲੈਕਚਰ ਦੇ ਵਿੱਚ ਆਪਾਂ ਵਿਲੀਅਮ ਸ਼ੇਕਸਪੀਅਰ ਤੇ ਕ੍ਰਿਸਟੋਫਰ ਮਾਰਲੋਵ ਦੇ ਜਿਹੜੇ MCQ ਨੇ ਉਹਨਾਂ ਨੂੰ ਵੀ ਡਿਸਕਸ ਕਰਾਂਗੇ। ਓਬਵੀਅਸਲੀ ਵਿਲੀਅਮ ਸ਼ੇਕਸਪੀਅਰ ਬਹੁਤ ਜ਼ਿਆਦਾ ਫੇਮਸ ਸੀਗੇ, ਇਸ ਕਰਕੇ 200-250 ਉਹਨਾਂ ਦੇ ਕੁਐਸਚਨ ਹੋਣਗੇ, ਪਰ ਆਪਾਂ ਕੋਸ਼ਿਸ਼ ਕਰਾਂਗੇ ਜਿੰਨੇ ਘੱਟ ਤੋਂ ਘੱਟ ਤੇ ਵਧੀਆ ਤਰੀਕੇ ਨਾਲ ਕਰ ਸਕੀਏ। ਤੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਮਿਲਦੇ ਹਾਂ ਦੋਸਤੋ। ਉਦੋਂ ਤੱਕ ਲਈ ਸ਼ਾਰਟ ਨੋਟ ਬਣਾਉਂਦੇ ਰਹੋ। ਪਹਿਲਾਂ ਥਿਊਰੀ ਪੜ੍ਹੋ ਸਪੈਂਸਰ ਦੀ, ਫਿਰ ਇਸ ਫੋਲਡਰ 'ਚ ਜਾ ਕੇ MCQ ਵਾਲੇ 'ਚ MCQ ਪੜ੍ਹੋ, ਸ਼ਾਰਟ ਨੋਟ ਬਣਾਓ। ਤੁਹਾਨੂੰ ਪੇਪਰ ਪਾਸ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਸੋ ਆਪਣੇ ਆਪ ਨਾਲ ਇਮਾਨਦਾਰੀ ਨਾਲ ਪੜ੍ਹੋ ਤੇ ਸ਼ਾਰਟ ਨੋਟ ਬਣਾਉਂਦੇ ਰਹੋ। ਰਿਵੀਜ਼ਨ, ਮਲਟੀਪਲ ਰਿਵੀਜ਼ਨ ਤਾਂ ਜ਼ਰੂਰੀ ਹੈਗੀਆਂ ਹੀ ਨੇ ਦੋਸਤੋ ਹਨਾ। ਸੋ ਉਦੋਂ ਤੱਕ ਲਈ ਇਜਾਜ਼ਤ ਦਿਓ, ਆਪਾਂ ਫਿਰ ਮਿਲਦੇ ਹਾਂ ਨੈਕਸਟ ਲੈਕਚਰ ਵਿੱਚ। ਥੈਂਕ ਯੂ ਸੋ ਮਚ।